ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲਖੀਮਪੁਰ ਘਟਨਾ ਬਾਰੇ। ਸੁਪਰੀਮ ਕੋਰਟ ਦਾ ਸਖਤ ਰੁਖ, ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਬਾਰੇ। ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, 3 ਅਕਤੂਬਰ 2021 ਨੂੰ ਯੂਪੀ ਦੇ ਲਖੀਮਪੁਰ ਖੀਰੀ 'ਚ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ, ਜਦੋਂ ਇੱਕ ਦਰਦਨਾਕ ਸੜਕ ਹਾਦਸੇ ਵਿੱਚ 4 ਕਿਸਾਨਾਂ ਦੀ ਤੇ ਇੱਕ ਪੱਤਰਕਾਰ ਦੀ ਮੌਤ ਹੋ ਜਾਂਦੀ ਹੈ। ਉਹ ਯਾਰ ਕੀਤਾ ਉਹਨਾਂ ਨੇ ਟਿੱਪਣੀਆਂ ਜਿਹੜੀਆਂ ਬਹੁਤ ਸਖਤ ਕੀਤੀਆਂ। ਅਸੀਂ ਜਾਣਨਾ ਚਾਹਾਂਗੇ ਹੁਣ ਤੱਕ ਇਹ ਕੇਸ ਕਿੱਥੇ ਤੱਕ ਪਹੁੰਚ ਚੁੱਕਿਆ ਤੇ ਅੱਜ ਸੁਪਰੀਮ ਕੋਰਟ ਨੇ ਕੀ ਟਿੱਪਣੀਆਂ ਕੀਤੀਆਂ। ਅਸਲ ਦੇ ਵਿੱਚ ਉਦੋਂ ਜਿਹੜਾ ਇੱਕ ਫਾਰ ਦੀ ਟਾਈਮ ਬੀਇੰਗ ਸਹਿਮਤੀ ਵੀ ਹੋਈ ਸੀ ਉਹਨਾਂ ਦੀਆਂ ਲਾਸ਼ਾਂ ਨੂੰ ਸੰਸਕਾਰ ਕਰਨ ਦੇ ਮਾਮਲੇ 'ਚ, ਉਦੋਂ 2-3 ਗੱਲਾਂ ਹੋਈਆਂ ਸੀ। ਇੱਕ ਪਰਿਵਾਰ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਮੈਂਬਰਾਂ ਨੂੰ 45 ਲੱਖ ਰੁਪਏ ਦੇਣ ਦਾ, ਦੂਜਾ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਤੋਂ ਜਾਂਚ ਕਰਾਉਣ ਦਾ, ਤੀਜਾ SIT ਬਣ ਗਈ ਸੀ ਅਤੇ ਉਹਦੇ ਲਿਹਾਜ਼ ਨਾਲ ਜਿਹੜਾ 302 ਦਾ ਪਰਚਾ ਉਹਦੇ ਜਿਹੜਾ ਅਜੇ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਦੇ ਬੇਟੇ ਸਮੇਤ ਉਹਨਾਂ ਨੂੰ ਗ੍ਰਿਫਤਾਰ ਕਰਨਾ ਅਤੇ 302 ਦਾ ਪਰਚਾ ਦਰਜ ਕਰਨਾ, ਅਤੇ ਨਾਲ ਹੀ ਅਜੇ ਮਿਸ਼ਰਾ ਦਾ ਇੱਕ ਬਰਖਾਸਤਗੀ ਦੀ ਗੱਲ ਜਿਹੜੀ ਉਠਾਈ ਜਾ ਰਹੀ ਹੈ ਜੀ। ਇਹ ਚਾਰੇ ਗੱਲਾਂ ਤੋਂ ਲਗਾਤਾਰ ਉਹਨਾਂ ਦਿਨਾਂ ਤੋਂ ਹੀ ਸੁਪਰੀਮ ਕੋਰਟ ਵੀ ਵਿੱਚ ਸੁਪਰੀਮ ਕੋਰਟ ਨੇ ਵੀ ਉਹਦਾ ਸੰਗਿਆਨ ਲਿਆ ਅਤੇ ਉਹਨੂੰ ਕਿਹਾ ਕਿ ਵੀ ਉਹਦੇ 'ਤੇ ਇੱਕ ਟਾਈਪ ਦੀ ਨਿਗਰਾਨੀ ਉਸ ਕੇਸ 'ਤੇ ਸੀ। ਜਦੋਂ ਪਹਿਲਾਂ ਕੇਸ ਸੁਪਰੀਮ ਕੋਰਟ ਨੇ ਸੁਣਿਆ ਸੀ, ਉਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਸ ਤਰੀਕੇ ਨਾਲ, ਜਿਸ ਰਫਤਾਰ ਨਾਲ ਯੂਪੀ ਸਰਕਾਰ ਇਹ ਜਾਂਚ ਕਰ ਰਹੀ ਹੈ, ਉਹਦੇ ਤੋਂ ਲੱਗਦਾ ਕਿ ਉਹਦਾ ਮਨ ਨਹੀਂ ਹੈ ਇਹਦੀ ਜਾਂਚ ਕਰਨ ਦਾ, ਉਹ ਸਲੋ ਹੈ। ਉੱਥੇ ਸੈਂਕੜੇ ਬੰਦੇ ਇਨਵੋਲਵ ਸੀ, ਗਵਾਹਾਂ ਦੇ ਬਿਆਨ ਅਜੇ ਤੱਕ ਦਰਜ ਨਹੀਂ ਕੀਤੇ ਗਏ, ਬਹੁਤ ਸਲੋ ਹੈ। ਜਿਹੜੇ ਉਹਨੂੰ ਦਿੱਤੇ ਸੀ, ਆਹ ਟਾਈਮ ਦਿੱਤਾ ਸੀ 15 ਦਿਨਾਂ ਦਾ, ਵੀ ਫਟਾਫਟ ਗਵਾਹਾਂ ਦੇ ਬਿਆਨ ਦਰਜ ਕਰੋ। ਹੁਣ ਤੇ ਨਾਲ ਦੀ ਨਾਲ ਇਹ ਸੀ ਕਿ ਯੂਪੀ ਸਰਕਾਰ ਜਿਹੜੀ ਆ ਉਹ ਸਟੇਟਸ ਰਿਪੋਰਟ ਜਿਹੜੀ ਹੈ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰੇ ਜੀ। ਹੁਣ ਜਿਹੜਾ ਆਇਆ ਸੁਪਰੀਮ ਕੋਰਟ ਦੇ ਸਾਹਮਣੇ ਦੁਆਰਾ ਅੱਜ ਦੀ ਹੀਅਰਿੰਗ ਦੇ ਦੌਰਾਨ, ਉਹਦੇ 'ਚ ਵੀ ਉਹਨਾਂ ਨੂੰ ਲੱਗਿਆ ਕਿ ਅੱਧਾ ਅਧੂਰਾ ਕੰਮ ਹੋ ਰਿਹਾ। ਇੱਕ ਬਹੁਤ ਬੜਾ ਸਵਾਲ ਉਹਨਾਂ ਨੇ ਇਹ ਕੀਤਾ ਕਿ ਅਜੇ ਤੱਕ ਆਸ਼ੀਸ਼ ਮਿਸ਼ਰੇ ਦਾ ਇਕੱਲੇ ਦਾ ਮੋਬਾਈਲ ਹੀ ਕਿਉਂ ਤੁਸੀਂ ਕਬਜ਼ੇ 'ਚ ਲਿਆ, ਬਾਕੀ ਵੀ ਮੋਬਾਈਲ ਉਹਨਾਂ ਦੇ ਨਾਲ ਦਿਆਂ ਦੇ ਇੱਧਰ ਉੱਧਰਲੇ ਕੁਛ ਨਾ ਕੁਛ ਤਾਂ ਹੋਏਗੇ ਨੇ, ਉਹ ਕਿੱਥੇ ਹੈ। ਅਤੇ ਜਿੰਨੀ ਕਾਰਗੁਜ਼ਾਰੀ ਢਿੱਲੀ ਚੱਲ ਰਹੀ ਹੈ, ਇਹ ਕੁਝ ਕਾਰਗੁਜ਼ਾਰੀ ਦਾ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਕਿਸੇ ਅੰਜਾਮ 'ਤੇ ਨਹੀਂ ਪਹੁੰਚਾਉਣਾ ਚਾਹੁੰਦੇ। ਇਸੇ ਕਰਕੇ ਸੁਪਰੀਮ ਕੋਰਟ ਨੇ ਇੱਕ ਤਜਵੀਜ਼ ਆਪਣੇ ਵੱਲੋਂ ਇੱਕ ਟਿੱਪਣੀ ਦੇ ਰੂਪ ਦੇ ਵਿੱਚ, ਇੱਕ ਪ੍ਰਪੋਜ਼ਲ ਦੇ ਰੂਪ ਦੇ ਵਿੱਚ ਵੀ ਪੇਸ਼ ਕੀਤਾ ਵੀ ਕਿਉਂ ਨਾ ਇਹ ਜਿਹੜਾ ਕਿਸੇ ਹਾਈ ਕੋਰਟ, ਰਿਟਾਇਰਡ ਹਾਈ ਕੋਰਟ ਦੇ ਜੱਜ ਤੋਂ ਜਿੰਨਾ ਚਿਰ ਚਾਰਜ ਸ਼ੀਟ ਫਾਈਲ ਨਹੀਂ ਹੋ ਜਾਂਦੀ ਉਨਾ ਚਿਰ ਉਹ ਇਹਦੀ ਦੇਖ ਰੇਖ ਕਰਨ। ਜੀ। ਨਾਲ ਇਹ ਵੀ ਕਿਹਾ ਕਿ ਉਹ ਜਿਹੜੀ ਤੁਸੀਂ ਜੁਡੀਸ਼ਲ ਜਾਂਚ ਯੂਪੀ ਦੇ ਹਾਈ ਕੋਰਟ ਦੇ ਜੱਜ ਦੇ ਰਾਹੀਂ ਕਰਾਈ ਹੈ, ਉਹਨੂੰ ਕੰਟੀਨਿਊ ਨਹੀਂ ਕਰਨ ਦੀ ਸਾਡਾ ਮਨ ਨਹੀਂ ਹੈ ਕਿ ਉਹ ਕੰਟੀਨਿਊ ਕਰੇ, ਉਹਨੂੰ ਬੰਦ ਕਰਕੇ ਅਤੇ ਕਿਸੇ ਹੋਰ ਹਾਈ ਕੋਰਟ ਦੇ ਜਿਹੜੇ ਰਿਟਾਇਰਡ ਜੱਜ ਨੂੰ, 2 ਜੱਜਾਂ ਦਾ ਨਾਮ ਵੀ ਇੱਕ ਜੱਜ ਨੇ ਲਿਆ, ਜਸਟਿਸ ਰਣਜੀਤ ਸਿੰਘ ਦਾ ਨਾਮ ਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਰਹੇ ਨੇ ਰਿਟਾਇਰਡ ਜੱਜ ਨੇ, ਅਤੇ ਇਸੇ ਤਰ੍ਹਾਂ ਇੱਕ ਜਸਟਿਸ ਰਾਜ ਕੁਮਾਰ ਦਾ ਨਾਮ ਲਿਆ ਕਿ ਇਹਨਾਂ 'ਚੋਂ ਨਾਮ ਕਹਿੰਦੇ ਨੇ ਟੈਂਟੇਟਿਵਲੀ ਦੇਖਿਆ ਜਾ ਸਕਦਾ ਕੋਈ ਜਿਹਦੀ ਦੇਖ ਰੇਖ ਦੇ ਵਿੱਚ ਜਸਟਿਸ ਰਣਜੀਤ ਸਿੰਘ ਦਾ ਹੋਇਆ। ਤਾਂ ਜਸਟਿਸ ਰਣਜੀਤ ਸਿੰਘ ਉਹ ਜੱਜ ਨੇ ਜਿਨ੍ਹਾਂ ਨੂੰ ਮੇਰੇ ਖਿਆਲ ਹੈ ਜੇ ਨਾਮ ਸੇਮ ਉਹੀ ਹੁੰਦਾ, ਕਿਉਂਕਿ ਰਣਜੀਤ ਸਿੰਘ ਇਹੀ ਲੱਗਦੇ ਨੇ ਇੱਥੋਂ, ਜਿਨ੍ਹਾਂ ਨੂੰ ਇਹ ਜਾਂਚ ਵੀ ਦਿੱਤੀ ਗਈ ਸੀ ਜਿਹੜੀ ਉਹ ਬਰਗਾੜੀ ਵਾਲੀ ਅਤੇ ਜਿਹੜੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਵੀ ਅਮਰਿੰਦਰ ਸਿੰਘ ਸਰਕਾਰ ਦੇ ਆਉਂਦੇ। ਤਾਂ ਇੱਕ ਗੱਲ ਕਲੀਅਰ ਹੈ ਕਿ ਸੁਪਰੀਮ ਕੋਰਟ ਨੂੰ ਇਹ ਲੱਗਦਾ ਹੈ, ਜਿਹੜੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ, ਕਿ ਯੂਪੀ ਦੇ ਵਿੱਚ ਰਹਿੰਦੇ ਹੋਏ ਯੂਪੀ ਦੇ ਪੁਲਿਸ ਅਫਸਰ, ਯੂਪੀ ਦੇ ਰਿਟਾਇਰਡ ਬੰਦੇ, ਯੂਪੀ ਦੇ ਬਾਕੀ ਸਾਰਾ ਕੁਛ ਸ਼ਾਇਦ ਜਾਂਚ ਨਿਰਪੱਖ ਨਾ ਹੋਵੇ ਜੀ। ਅਤੇ ਇਸੇ ਕਰਕੇ ਕਿਸੇ ਬਾਹਰਲੀ ਹਾਈ ਕੋਰਟ ਦੇ ਜੱਜ ਦਾ, ਕਿਉਂਕਿ ਸੁਪਰੀਮ ਕੋਰਟ ਇਹ ਮੈਸੇਜ ਵੀ ਦੇਣਾ ਚਾਹੁੰਦਾ ਹੋਏਗਾ ਕਿ ਲੋਕਾਂ ਨੂੰ ਅਤੇ ਬਾਕੀ ਕਿ ਇਨਸਾਫ ਹੋਣਾ ਲੱਗੇ ਕਿ ਬਾਹਰੋਂ ਕੋਈ ਜੱਜ ਉਹਦੀ ਸੁਪਰਵਿਜ਼ਨ ਕਰੇ ਅਤੇ ਉਹਦੀ ਨਿਗਰਾਨੀ ਉਸ ਪੱਧਰ ਦੇ ਉੱਤੇ ਕਰੇ। ਹੁਣ ਇਹਦੇ 'ਤੇ ਫੈਸਲਾ ਜਦੋਂ ਸੁਪਰੀਮ ਕੋਰਟ ਕਰੇ ਉਦੋਂ ਦੀ ਗੱਲ ਹੈ, ਅਜੇ ਇਹ ਪ੍ਰਪੋਜ਼ਲ ਨੇ, ਅਜੇ ਫੈਸਲਾ ਨਹੀਂ, ਅਜੇ ਜੱਜਮੈਂਟ ਨਹੀਂ ਹੈ, ਪਰ ਸੁਪਰੀਮ ਕੋਰਟ ਦਾ ਮਨ ਹੈ। ਤਾਂ ਉਹ ਲੱਗਦਾ ਇਹ ਹੈ ਕਿ ਸੁਪਰੀਮ ਕੋਰਟ ਸ਼ਾਇਦ ਜਿਵੇਂ ਪਹਿਲਾਂ ਵੀ ਕਈ ਕੇਸਾਂ 'ਚ ਕਿਹਾ ਜਿਹੜਾ ਮਨ ਬਣਾਇਆ, ਤਾਂ ਜਿਵੇਂ ਪੈਗਾਸਸ 'ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕੇਂਦਰ ਸਰਕਾਰ ਨੂੰ ਕਿ ਤੁਸੀਂ ਐਫੀਡੈਵਿਟ ਫਾਈਲ ਕਰੋ ਵਿਸਥਾਰਤ, ਉਹਦੇ ਬਾਰੇ ਦੱਸੋ, ਉਹਨੇ ਨਹੀਂ ਕੀਤਾ। ਤਾਂ ਉਹਨੇ ਕਹਿਤਾ ਸੀ ਕੇਂਦਰ ਸਰਕਾਰ ਨੇ ਕਿ ਅਸੀਂ ਆਪਣੇ ਲੈਵਲ 'ਤੇ ਐਕਸਪਰਟ ਕਮੇਟੀ ਬਣਾ ਦਿੰਦੇ ਹਾਂ। ਫਿਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਤੁਸੀਂ ਨਹੀਂ ਬਣਾਓਗੇ, ਫਿਰ ਅਸੀਂ ਲੱਭ ਕੇ ਬਣਾਉਂਦੇ ਹਾਂ। ਅਤੇ ਜਿਹੜੀ ਆਪ ਸੁਪਰੀਮ ਕੋਰਟ ਨੇ ਉਹ ਜਾਸੂਸੀ ਕਾਂਡ 'ਤੇ ਇੱਕ ਇੰਡੀਪੈਂਡੈਂਟ ਐਕਸਪਰਟ ਕਮੇਟੀ ਬਣਾਈ ਹੈ। ਸ਼ਾਇਦ ਸੁਪਰੀਮ ਕੋਰਟ ਫਿਰ ਇਹੋ ਜਿਹਾ ਜਿਹੜਾ ਇਹ ਫੈਸਲੇ ਜੇਕਰ ਲੈ ਲੇ
ਤਾਂ ਲੱਗਦਾ ਕਿ ਉਹਦੇ ਨਾਲ ਹੋਰ ਜਾਂਚ ਤੇ ਗੰਭੀਰ ਇੱਕ ਘੱਟੋ ਘੱਟ ਨਿਗਰਾਨੀ ਰਹੂਗੀ, ਦੇਖ ਰੇਖ ਰਹੇਗੀ, ਤਾਂ ਕਿਸੇ ਨੇੜੇ ਜਾਏਗੀ ਗੱਲ। ਜੀ ਹਮੀਰ ਜੀ, ਇਹ ਤਾਂ ਸੀ ਸੁਪਰੀਮ ਕੋਰਟ ਦੇ ਰੁਖ ਦੀ ਗੱਲ। ਜੇਕਰ ਗੱਲ ਕਰੀਏ ਤਾਂ ਲਖੀਮਪੁਰ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਹੁਣ ਕਿਸ ਤਰ੍ਹਾਂ ਇਹ ਰਣਨੀਤੀ ਜਿਹੜਾ ਹੈਗਾ ਤਿਆਰ ਕਰ ਰਿਹਾ? ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਤੋਂ ਹੀ ਇੱਕ ਵੱਡੀ ਗੱਲ ਕੀਤੀ ਸੀ, 26 ਜਿਹੜੀ ਪਿੱਛੇ ਲੰਘ ਗਈ ਜਾਂ 26 ਉਹਨੂੰ ਵੀ ਕੀਤੀ, ਕਿ ਸਾਰੇ ਲੋਕਾਂ ਦੇ ਵਿੱਚ ਇੱਕ ਡਿਮਾਂਡ, ਉਹ ਮੰਗ ਜਿਹੜੀ ਉਹਨੇ ਪੈਦਾ ਕੀਤੀ ਦੇਸ਼ ਪੱਧਰ ਦੇ ਉੱਤੇ, ਕਿ ਜਿਹੜੇ ਪ੍ਰਦਰਸ਼ਨ ਹੋਣਗੇ, ਮੁਜ਼ਾਹਰੇ ਹੋਣਗੇ, ਇਹਦੇ 'ਚ ਅਜੇ ਮਿਸ਼ਰਾ ਦੀ ਬਰਖਾਸਤਗੀ ਤੋਂ ਬਿਨਾਂ ਸੰਯੁਕਤ ਕਿਸਾਨ ਮੋਰਚੇ ਦਾ ਸਟੈਂਡ ਹੈ, ਮੈਨੂੰ ਲੱਗਦਾ ਇਹ ਵਾਜਬ ਸਟੈਂਡ ਵੀ ਹੈ। ਔਰ ਜੇ ਵਾਜਬ ਸਟੈਂਡ ਇਸ ਕਰਕੇ ਹੈ ਕਿ ਜਦੋਂ ਕੋਈ ਕਿਸੇ ਦਾ ਬਾਪ ਹੋਮ ਮਿਨਿਸਟਰੀ ਤੱਕ ਦੇ ਕੁਰਸੀ 'ਤੇ ਬੈਠਾ ਹੋਵੇ, ਤਾਂ ਜਿਹੜੀ ਪੁਲਿਸ ਨੇ ਜਾਂਚ ਕਰਨੀ ਹੈ, ਜਿਹੜੇ ਲੋਕਾਂ ਨੇ ਕਰਨੀ ਹੈ, ਤਾਂ ਇਹ ਬੜਾ ਮੁਸ਼ਕਲ ਹੁੰਦਾ ਹੈ ਕਿ ਉਹ ਜਾਂਚ ਉਸ ਪੱਧਰ 'ਤੇ ਹੋ ਸਕੇ, ਜਾਂ ਨਿਰਪੱਖ ਹੋਵੇ, ਜਾਂ ਨਿਰਪੱਖਤਾ ਲੱਗ ਸਕੇ। ਜਿਵੇਂ ਕਈ ਜੱਜਾਂ ਨੇ ਕਿਹਾ, ਖਾਸ ਤੌਰ 'ਤੇ ਜਸਟਿਸ ਲੋਕੁਰ ਜਿਹੜੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ, ਉਹਨਾਂ ਨੇ ਇੱਕ ਟੀਵੀ ਚੈਨਲ 'ਤੇ ਆ ਕੇ ਵੀ ਕਿਹਾ ਸੀ ਕਿ ਜੇ ਸਿਆਸੀ ਇਖਲਾਕ ਦੇ ਤੌਰ 'ਤੇ ਗੱਲ ਕੀਤੀ ਜਾਵੇ, ਮੋਰੈਲਿਟੀ ਦੇ, ਨੈਤਿਕਤਾ ਦੇ ਤੌਰ 'ਤੇ ਗੱਲ ਕੀਤੀ ਜਾਵੇ, ਤਾਂ ਇਹ ਪ੍ਰਧਾਨ ਮੰਤਰੀ ਦੀ ਡਿਊਟੀ ਬਣਦੀ ਸੀ ਕਿ ਉਹੋ ਜਿਹਾ ਬੰਦਾ ਇੱਕ ਦਿਨ ਵੀ ਕਿਸੇ ਜ਼ਿੰਮੇਵਾਰ ਪੋਸਟ 'ਤੇ ਰਹਿਣ ਦੇ ਕਾਬਿਲ ਨਹੀਂ ਹੋਣਾ ਚਾਹੀਦਾ, ਅਤੇ ਉਹਨੂੰ ਤੁਰੰਤ ਹਟਾ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਸੀ ਕਿ ਅਦਾਲਤ ਦਾ ਕੰਮ ਨਹੀਂ ਹੈ, ਇਹ ਸਿਆਸੀ ਕਾਰਜਪਾਲਿਕਾ ਦੇ ਦਾਇਰੇ ਦਾ ਕੰਮ ਹੈ। ਪਰ ਕਿਉਂਕਿ ਆਪਾਂ ਸਾਰੇ ਕਿਤੇ ਦੇਖਦੇ ਹਾਂ ਕਿ ਸਿਆਸਤ ਦੇ ਵਿੱਚੋਂ ਇਖਲਾਕ ਜਾਂ ਨੈਤਿਕਤਾ ਜਿਹੜੀ ਹੈ ਉਹ ਤਾਂ ਵੈਸੇ ਹੀ ਨਹੀਂ ਦਿਖਾਈ ਦੇ ਰਹੀ ਕਿਤੇ ਵੀ, ਕਿਉਂਕਿ ਜੇ ਸਿਆਸਤ ਦੇ ਵਿੱਚ ਇਖਲਾਕ ਨੂੰ ਸਮਝਿਆ ਜਾਂਦਾ ਹੋਵੇ ਤਾਂ ਪਾਰਲੀਮੈਂਟ ਦੇ 37% ਬੰਦਿਆਂ 'ਤੇ ਕ੍ਰਿਮੀਨਲ ਕੇਸ ਦਰਜ ਨਾ ਹੋਣ ਜਿਹੜੇ ਪਾਰਲੀਮੈਂਟ ਦੇ ਮੈਂਬਰ ਬਣਦੇ ਨੇ। ਜਿਹੋ ਜਿਹੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ, ਜਿਹੋ ਜਿਹੇ ਟਿਕਟਾਂ 'ਚੋਂ ਆ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਬੰਦੇ, ਜਿਸ 'ਚੋਂ ਮੈਜੋਰਟੀ ਬਿਨਾਂ ਸ਼ੱਕ ਸੱਤਾਧਾਰੀ ਪਾਰਟੀ ਦੇ ਹੁੰਦੇ ਨੇ ਅਤੇ ਬਾਕੀ ਦੂਜੇ ਨੇ। ਇਸ ਕਰਕੇ ਸਿਆਸਤ ਦੇ ਵਿੱਚ ਜਿਹੜਾ ਗਿਰਾਵਟ ਹੁੰਦੀ ਹੈ, ਜੇ ਇਖਲਾਕ ਦੇ ਤੌਰ 'ਤੇ ਕਦਰਾਂ ਕੀਮਤਾਂ ਦੇ ਵਿੱਚ ਜਿਹੜੀ ਗਿਰਾਵਟ ਹੈ, ਉਹ ਤੋਂ ਹੁਣ ਇਨਸਾਫ ਦੀ ਉਮੀਦ ਰੱਖਣਾ ਬੜਾ ਔਖਾ ਕੰਮ ਹੈ। ਹਾਂ, ਜਾਂ ਜਿਵੇਂ ਜਾਗਰੂਕ ਅੰਦੋਲਨ ਨੇ, ਜਵਾਬਦੇਹ ਬਣਾਉਂਦੇ ਨੇ, ਪਾਰਦਰਸ਼ੀ ਸਿਸਟਮ ਬਣਾਉਣ ਲਈ ਜਦੋਜਹਿਦਾਂ ਹੁੰਦੀਆਂ ਨੇ, ਉਹੀ ਕੁਝ ਹੋਪ ਹੋ ਸਕਦਾ। ਹੁਣ ਕਿਸਾਨ ਮੋਰਚਾ ਇਸ ਗੱਲ ਨੂੰ ਬੜੇ ਵੱਡੇ ਪੱਧਰ 'ਤੇ ਉਠਾ ਰਿਹਾ ਹੈ, ਅਜੇ ਮਿਸ਼ਰਾ ਦੀ ਬਰਖਾਸਤਗੀ ਨੂੰ। ਔਰ 22 ਤਰੀਕ ਜਿਹੜੀ, ਐਸੇ 22 ਤਰੀਕ ਨੂੰ ਜੀ ਨਵੰਬਰ ਨੂੰ 1 ਸਾਲ ਪੂਰਾ ਹੋ ਜਾਊਗਾ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ 26 ਨੂੰ, ਅਤੇ 22 ਤਰੀਕ ਨੂੰ ਹੁਣ ਉਹਨਾਂ ਨੇ ਲਖਨਊ ਦੀ ਵੱਡੀ ਇੱਕ ਮਹਾਪੰਚਾਇਤ ਰੱਖੀ ਹੈ, ਜਿਵੇਂ ਮੁਜ਼ੱਫਰਨਗਰ 'ਚ ਰੱਖੀ ਸੀ ਪਹਿਲਾਂ। ਇਹ ਮਹਾਪੰਚਾਇਤ ਪਿੱਛੇ 26 ਨੂੰ ਰੱਖੀ ਹੋਈ ਸੀ, ਅਤੇ 26 ਦੀ ਇਸ ਕਰਕੇ ਪੋਸਟਪੋਨ ਕਰਤੀ ਸੀ ਕਿ ਉਹ ਕਹਿੰਦੇ ਸੀ, ਦਲੀਲ ਇਹ ਸੀ ਕਿ ਹਾੜੀ ਜਿਹੜਾ ਸਾਉਣੀ ਦਾ ਸੀਜ਼ਨ ਹੈ, ਸੀਜ਼ਨ ਦੇ ਵਿੱਚ ਜਿਹੜਾ ਤੇ ਤਿਉਹਾਰ ਨੇ ਅਤੇ ਔਖਾ ਉਸ ਲੈਵਲ 'ਤੇ ਹੋਏਗਾ। ਤਾਂ 22 ਤਰੀਕ ਦੀ ਉਹ ਇਕੱਠ ਜਿਹੜਾ ਹੁਣ ਵੀ ਯੂਪੀ ਦੇ ਵਿੱਚ ਕਈ ਥਾਵਾਂ 'ਤੇ ਹੋ ਰਹੀਆਂ ਨੇ ਕਿਸਾਨ ਪੰਚਾਇਤਾਂ, ਸ਼ਾਇਦ ਉਹਦੀ ਤਿਆਰੀ ਲਈ ਉਹਨੇ। ਅਤੇ 22 ਤਰੀਕ ਦੀ ਜਿਹੜੀ ਮਹਾਪੰਚਾਇਤ ਹੋਏਗੀ, ਉਹਦੇ ਨਾਲ ਕਿੰਨਾ ਦਬਾਅ ਲਾਮਬੰਦ ਹੁੰਦਾ ਹੈ ਕੇਂਦਰ ਸਰਕਾਰ 'ਤੇ ਬਾਕੀ 'ਤੇ, ਕਿਉਂਕਿ ਕਿਸਾਨ ਅੰਦੋਲਨ ਨੂੰ ਜਾਂ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਗੱਲ ਤਾਂ ਪੂਰੀ ਤਰ੍ਹਾਂ ਉਹਨਾਂ ਨੂੰ ਜੱਚ ਚੁੱਕੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਰਕਾਰ ਮੰਨੂਗੀ ਗੱਲ, ਸਰਕਾਰ ਉਦੋਂ ਹੀ ਮੰਨੂਗੀ ਜਦੋਂ ਉਹਨੂੰ ਇਹ ਲੱਗੂਗਾ ਕਿ ਮੇਰੇ ਵੋਟ ਵੀ ਖਿਸਕ ਰਹੀ ਹੈ। ਖਾਸ ਤੌਰ 'ਤੇ ਜਿਹੜਾ ਇੱਕ ਹੁਣ ਇਹਦੇ ਨਾਲ ਮੇਰੇ ਖਿਆਲ ਸੰਯੁਕਤ ਮੋਰਚੇ ਦੀ ਗੱਲ ਹੋਰ ਮਜ਼ਬੂਤ ਹੁੰਦੀ ਹੈ ਇਸ ਦਲੀਲ ਨਾਲ ਕਿ ਜਦੋਂ ਜ਼ਿਮਨੀ ਚੋਣਾਂ ਦੀਆਂ 29 ਅਸੈਂਬਲੀ ਸੀਟਾਂ ਅਤੇ 3 ਪਾਰਲੀਮੈਂਟ ਦੇ ਵਿੱਚ ਚੋਣਾਂ ਹੁੰਦੀਆਂ ਨੇ, ਉਹ 'ਚੋਂ ਵੱਡੀ ਗਿਣਤੀ ਸੀਟਾਂ ਹਾਰਦੀਆਂ ਨੇ, ਖਾਸ ਤੌਰ 'ਤੇ ਹਿਮਾਚਲ ਵਗੈਰਾ 'ਚ, ਤਾਂ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦਾ ਫੈਸਲਾ ਘਟਾਉਣ ਦੇ ਵਾਲੇ ਪਾਸੇ ਤੁਰਦੀ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ਾਂ ਕੁਛ ਹੈ ਨੇ, ਅਤੇ ਚਲਦੇ ਚਲਦੇ ਹੁਣੇ ਅਜੇ ਫਿਰ ਦੁਬਾਰਾ ਉਹ ਬਾਰ-ਬਾਰ ਬੋਲੇ ਨੇ। ਕੱਲ੍ਹ ਵੀ ਇੱਕ ਫੰਕਸ਼ਨ 'ਚ ਬੋਲ ਰਹੇ ਸੀ ਸਤਪਾਲ ਮਲਿਕ, ਮੇਘਾਲਿਆ ਦੇ ਰਾਜਪਾਲ, ਉਹ ਲਗਾਤਾਰ ਮਤਲਬ ਇੰਨਾ ਫੋਰਸਫੁਲੀ ਬੋਲ ਰਹੇ ਨੇ, ਨਾ ਤਾਂ ਬੀਜੇਪੀ ਉਹਨਾਂ ਨੂੰ ਕੱਢਣ ਦੀ ਹੈਸੀਅਤ 'ਚ, ਨਾ ਉਹਨਾਂ ਨੂੰ ਹਟਾਉਣ ਦੀ, ਪਤਾ ਨਹੀਂ ਕਿਉਂ, ਕਿਉਂਕਿ ਉਹ ਜਾਟ ਬੈਲਟ ਦੇ ਪੁਰਾਣੇ ਸਮਾਜਵਾਦੀ ਵੱਡੇ ਲੀਡਰ ਨੇ। ਉਹ ਬਾਰ-ਬਾਰ ਕਹਿ ਰਹੇ ਨੇ ਕਿ ਜੋ ਕੁਝ ਕਿਸਾਨਾਂ ਨਾਲ ਹੋ ਰਿਹਾ ਹੈ, ਜੋ ਕੁਝ ਕੀਤਾ ਗਿਆ, ਇਹ ਬਹੁਤ ਗਲਤ ਹੈ। ਇਹਦੇ 'ਤੇ ਸਰਕਾਰ ਨੂੰ ਤੁਰੰਤ ਕਦਮ ਉਠਾ ਕੇ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ, ਅਤੇ ਜਿਹੜੇ ਲਖੀਮਪੁਰ ਸਮੇਤ ਇਹਨਾਂ ਘਟਨਾਵਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਦਾ ਮਤਲਬ ਚਾਰ ਸਪੇਰੇ ਇੱਕ ਪ੍ਰੈਸ਼ਰ, ਇੱਕ ਦਬਾਅ ਦਾ ਮਾਹੌਲ ਤਾਂ ਇੱਕ ਬਣ ਰਿਹਾ ਹੈ। ਬਾਕੀ 22 ਦੀ ਅਤੇ ਸੰਯੁਕਤ ਮੋਰਚੇ ਦੀ ਅਗਲੀਆਂ ਜਿਹੜੀਆਂ ਰਣਨੀਤੀ ਦੇ ਹਿੱਸੇ ਨੇ, ਵੋਟ ਦੀ ਚੋਟ ਦਾ ਜਿਹੜਾ ਸਵਾਲ ਹੈ, ਯੂਪੀ ਦੇ ਵਿੱਚ ਵੱਡੇ ਪੱਧਰ 'ਤੇ ਜਾਣ ਦਾ, ਉਹ ਵੀ ਅਸਰਅੰਦਾਜ਼ ਹੋਣਗੀਆਂ ਇਹਨਾਂ ਫੈਸਲਿਆਂ 'ਤੇ। ਜੀ ਹਮੀਰ ਜੀ, ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਸੱਦਿਆ ਗਿਆ, ਪਹਿਲਾਂ ਇਹ ਸੈਸ਼ਨ 1 ਦਿਨ ਦਾ ਸੀਗਾ, ਜਿਸ ਨੂੰ ਵਧਾ ਕੇ 2 ਦਿਨ ਦਾ ਕਰ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਇਸ ਵਿਧਾਨ ਸਭਾ ਸੈਸ਼ਨ 'ਚ ਸਰਕਾਰ ਕਿਹੋ ਜਿਹੇ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਕੁਝ ਹੋਣ ਜਾ ਰਿਹਾ?
ਵੈਸੇ ਤਾਂ ਮੈਨੂੰ ਲੱਗਦਾ ਵਿਧਾਨ ਸਭਾ ਸੈਸ਼ਨ ਇੱਕ ਦਿਨ ਵਰਗਾ ਹੀ ਹੈ। ਜੇਕਰ ਸ਼ਰਧਾਂਜਲੀ ਤੋਂ ਬਾਅਦ ਤੁਰੰਤ ਮਾੜਾ ਜਿਹਾ ਰੌਲਾ ਪੈਂਦਾ ਤੇ ਉੱਠ ਜਾਂਦਾ। ਜੇਕਰ ਇਹ ਸੈਸ਼ਨ ਬਣਾਉਣੇ ਦੋ ਦਿਨ ਦੀ ਚਰਚਾ ਹੁੰਦੀ ਤਾਂ ਇੱਕ ਦਿਨ ਜਦੋਂ ਉੱਠ ਗਿਆ ਘੰਟਾ ਉਠਾ ਕੇ ਤੇ ਉਸ ਤੋਂ ਬਾਅਦ ਚਲਾਇਆ ਜਾ ਸਕਦਾ ਪੂਰਾ ਸੈਸ਼ਨ। ਉਹਦੇ ਤੇ ਗੱਲ ਕਰੋ ਤੇ ਗੱਲ ਕਰਕੇ ਜੋ ਵੀ ਵਿਚਾਰ ਆਪੋਜੀਸ਼ਨ ਰੱਖਣਾ ਚਾਹੁੰਦੀ ਹੈ ਜਾਂ ਸੱਤਾਧਾਰੀ ਧਿਰ ਜੋ ਲਿਆਉਣਾ ਚਾਹੁੰਦੀ ਹੈ ਇਹ ਜ਼ਿਆਦਾ, ਕਿਉਂਕਿ ਸੈਸ਼ਨਾਂ ਦਾ ਸਾਈਜ਼ ਬੜਾ ਲੰਮਾ ਛੋਟਾ ਹੁੰਦਾ ਜਾ ਰਿਹਾ। ਇਹ ਪਾਰਲੀਮੈਂਟ ਦਾ ਵੀ ਇਹੀ ਹੈ ਤੇ ਸਾਡੀਆਂ ਵਿਧਾਨ ਸਭਾਵਾਂ ਦਾ ਵੀ ਇਹੀ ਹੈ। ਇਹਨਾਂ ਦਾ ਸਮਾਂ ਸੀਮਿਤ ਕਰਨ ਦਾ ਮਤਲਬ ਇਹ ਹੈ ਕਿ ਜਮਹੂਰੀਅਤ ਨੂੰ ਵੀ ਉਸੇ ਤਰਜ਼ ਤੇ ਸੀਮਿਤ ਕੀਤਾ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਇੱਕ ਪਾਰਟੀ ਨਹੀਂ ਕਰਦੀ, ਸਾਰੀਆਂ ਪਾਰਟੀਆਂ ਇਸ ਲੈਵਲ ਤੇ ਨੇ। ਇੱਕ ਪਾਰਟੀ ਜਿਹੜੀ ਸੱਤਾ 'ਚ ਹੁੰਦੀ ਹੈ ਉਦੋਂ ਛੋਟਾ ਕਰਦੀ ਹੈ, ਜਿਹੜੀ ਆਪੋਜੀਸ਼ਨ 'ਚ ਹੁੰਦੀ ਹੈ ਉਦੋਂ ਜ਼ਿਆਦਾ ਮੰਗ ਕਰਦੀ ਹੈ ਕਿ ਹੋਰ ਦਿਨ ਕਰੋ। ਕੋਈ ਸਹਿਮਤੀ ਨਹੀਂ ਬਣ ਰਹੀ। ਹਾਲਾਂਕਿ ਜਿਹੜੀਆਂ ਪਾਰਲੀਮੈਂਟਰੀ ਸਿਸਟਮ ਦੀਆਂ ਸੰਸਥਾਵਾਂ ਨੇ ਉਹ ਬਾਰ-ਬਾਰ ਕਹਿੰਦੀਆਂ ਆ ਰਹੀਆਂ ਨੇ ਕਿ 90 ਦਿਨਾਂ ਤੋਂ ਘੱਟ ਜਿਹੜੀਆਂ ਵਿਧਾਨ ਸਭਾਵਾਂ ਦੇ ਸੈਸ਼ਨ ਨਹੀਂ ਚੱਲਣੇ ਚਾਹੀਦੇ ਮਤਲਬ ਦੇਸ਼ ਦੇ ਵਿੱਚ। ਔਰ 90 ਦਿਨਾਂ ਦਾ ਤਾਂ ਫਿਰ ਮਤਲਬ ਇਹ ਹੈ ਨਾ ਕਿ ਘੱਟੋ ਘੱਟ ਬਜਟ ਸੈਸ਼ਨ 1.5 ਮਹੀਨੇ ਦਾ ਹੋਵੇ, ਦੂਜੇ ਵੀ 15-20 ਦਿਨ ਚੱਲਣ ਤਾਂ ਜਾ ਕੇ 90 ਦਿਨ ਹੋਣਗੇ। ਤੇ ਉਹ ਤਾਂ 1 ਜਾਂ 2 ਦਿਨ 'ਚ ਨਿਪਟਾ ਦਿੱਤੇ ਜਾਂਦੇ ਨੇ। ਹੁਣ ਜਿਹੜਾ ਮਾਨਸੂਨ ਸੈਸ਼ਨ ਸੀ ਸਾਡੇ, ਪਹਿਲਾਂ ਵੀ 1 ਦਿਨ ਦਾ ਸਵਾਲ ਸੀ, ਉਹ ਤਾਂ ਸ਼ਰਧਾਂਜਲੀ ਨੂੰ ਸਮਰਪਿਤ ਹੋ ਕੇ ਉੱਠ ਗਿਆ ਤੇ ਹੁਣ ਵੀ ਇਹ ਕੇਵਲ 2 ਦਿਨ ਦਾ। ਪਰ ਜਿਹੜਾ ਵੀ ਲਿਆਂਦਾ ਜਾ ਰਿਹਾ ਇਹਨੂੰ ਸਪੈਸ਼ਲ ਸੈਸ਼ਨ ਕਹਿ ਰਹੇ ਨੇ। ਉਹ ਸਪੈਸ਼ਲ ਇਸ ਕਰਕੇ ਕਿਉਂਕਿ ਵੋਟਾਂ ਨੇੜੇ ਆ ਰਹੀਆਂ ਨੇ, ਕਈ ਸਵਾਲ ਉੱਭਰ ਰਹੇ ਨੇ। ਸਵਾਲ ਇਹ ਉੱਭਰ ਰਹੇ ਨੇ ਕਿ ਇੱਕ ਤਾਂ BSF ਦਾ ਸਵਾਲ ਹੈ ਕਿ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾ ਦਾਇਰਾ ਕਿਉਂ ਵਧਾਇਆ। ਇਹਦੇ 'ਤੇ ਇੱਕੋ ਕਹਿ ਰਹੇ ਨੇ ਮਤਾ ਪਾਸ ਕਰਨਾ ਹੈ ਕਿ ਗਲਤ ਹੈ ਜੀ, ਗਵਰਨਮੈਂਟ ਆਫ ਇੰਡੀਆ ਨੂੰ ਭੇਜਣਾ। ਦੂਜਾ ਉਹੀ ਕੇਂਦਰੀ ਕਾਨੂੰਨ ਨੇ ਜਿਹੜੇ ਖੇਤੀ ਕਾਨੂੰਨ ਜਿਨ੍ਹਾਂ ਖਿਲਾਫ ਐਡਾ ਵੱਡਾ ਅੰਦੋਲਨ ਹੈ। ਤਾਂ ਪਹਿਲਾਂ ਵੀ ਸਾਰੀਆਂ ਪਾਰਟੀਆਂ ਨੇ ਰਲ ਕੇ ਇੱਕ ਕਾਨੂੰਨ ਆਪਣੇ ਬਣਾਏ ਸੀ, ਪੁਰਾਣੇ ਕਾਨੂੰਨਾਂ 'ਚ ਸੋਧ ਕੀਤੀ ਸੀ। ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ, ਪਹਿਲਾਂ ਉਹਨਾਂ ਨੂੰ ਹੀ ਡਿਫੈਂਡ ਕਰਦੇ ਸੀ ਕਿ ਜੋ ਅਸੀਂ ਕਰ ਸਕਦੇ ਸੀ ਅਸੀਂ ਕਰਤਾ ਜੀ। ਹੁਣ ਨਵੇਂ ਸਿਰਿਓਂ ਉਹ ਕਹਿੰਦੇ ਨੇ ਜਿਹੜਾ ਫੈਡਰਲ ਕੁਐਸਚਨ ਹੈ ਕਿ ਖੇਤੀ ਰਾਜਾਂ ਦਾ ਵਿਸ਼ਾ ਕੇਂਦਰ ਦਾ ਹੈ ਹੀ ਨਹੀਂ, ਤਾਂ ਕਿਉਂ ਨਾ ਉਹ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਬਿੱਲਾਂ ਨੂੰ ਲਿਆ ਕੇ ਪਾਸ ਕੀਤਾ ਜਾਵੇ। ਉਹ ਤਰੀਕਾ ਇਸ ਸਾਰੇ ਮਾਮਲੇ ਦੇ ਵਿੱਚ ਕਿੰਨਾ ਆਉਂਦੇ ਨੇ, ਕਿਸ ਰੂਪ ਦੇ ਵਿੱਚ ਆਉਂਦੇ ਨੇ ਤਾਂ ਉਦੋਂ ਹੀ ਪਤਾ ਲੱਗੂ। ਪਰ ਅਜੇ ਤੱਕ ਜਿਹੜੇ ਐਲਾਨ ਹੋਏ ਨੇ ਉਹਨਾਂ 'ਚੋਂ ਇਹ ਲੱਗ ਰਿਹਾ ਕਿ ਉਹ ਇਹ ਸਾਰਾ ਸਿਸਟਮ ਇਸ ਲੈਵਲ ਦਾ। ਬਾਕੀ ਛੋਟਾ ਮੋਟਾ ਵਿਧਾਨਕ ਕੰਮ ਵੀ ਹੋਰ ਉਹਦੇ ਵਿੱਚ ਨਾਲ ਹੋ ਸਕਦਾ ਜਿਹੜਾ ਗਵਰਨਮੈਂਟ ਕਰਨਾ ਚਾਹੁੰਦੀ ਹੈ ਜੀ। ਹਮੀਰ ਜੀ, ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਤੇ ਕਾਂਗਰਸ ਪਾਰਟੀ ਦਾ ਅੰਦਰੂਨੀ ਜਿਹੜਾ ਘਾਟੋ ਕਲੇਸ਼ ਆ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਤੇ ਅੱਜ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪਾਸੇ ਜਦੋਂ ਸੈਸ਼ਨ ਸ਼ੁਰੂ ਹੋ ਚੁੱਕਾ ਸੀ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਸੱਦੀ ਜਾਂਦੀ ਹੈ ਜਿਸ 'ਚ ਆਪਣੇ ਮਨ ਦੀਆਂ ਕਈ ਗੱਲਾਂ ਜਿਹੜੀਆਂ ਕਿ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਮੈਨੂੰ ਇਹ ਲੱਗਦਾ ਕਿ ਅਜੇ ਉਹ ਲੜਾਈ ਜਿਹੜੀ ਪੁਰਾਣੀ ਹੈ ਉਹ ਜਾਰੀ ਹੈ ਲਗਾਤਾਰ ਕਾਂਗਰਸ ਦੇ ਅੰਦਰ। ਇੱਕ ਗੱਲ ਤਾਂ ਇਹ ਕਲੀਅਰ ਹੈ ਕਿ ਇਸ ਕਿਸਮ ਦੀ ਜਿਹੜੀ ਲੜਾਈ ਚੱਲ ਰਹੀ ਹੈ ਇਹਦੇ ਪੰਜਾਬ ਨੂੰ ਕੀ ਨੁਕਸਾਨ ਹੋ ਰਹੇ ਨੇ। ਇੱਕ ਨੁਕਸਾਨ ਇਹ ਹੈ ਵੀ ਕਿਤੇ ਲੋਕ ਇਹ ਵੀ ਸੋਚਦੇ ਨੇ ਕਿਤੇ ਵੱਡੇ ਡਿਜ਼ਾਈਨ ਦਾ ਹਿੱਸਾ ਤਾਂ ਨਹੀਂ ਰਲ ਮਿਲ ਕੇ ਕਿ ਕਿਸਾਨ ਮੋਰਚਾ ਵੀ ਲੋਕਾਂ ਦੇ ਚਰਚਾ 'ਚੋਂ ਬਾਹਰ ਰਹੇ, ਲੋਕਾਂ ਦੀਆਂ ਹੋਰ ਜਿੰਨੀਆਂ ਮੰਗਾਂ ਨੇ ਮਸਲੇ ਨੇ ਉਹ ਵੀ ਚਰਚਾ 'ਚੋਂ ਬਾਹਰ ਰਹਿਣ। ਹੁਣ ਇੱਥੇ ਅੱਜ ਮਜ਼ਦੂਰ ਜਥੇਬੰਦੀਆਂ ਆਈਆਂ ਹੋਈਆਂ ਨੇ, ਉਹਨੂੰ ਰਸਤੇ 'ਚ ਹੀ ਰੋਕ ਲਿਆ। ਮੋਹਾਲੀ ਅੰਬ ਸਾਹਿਬ ਇਕੱਠੀਆਂ ਹੋਈਆਂ ਨੇ ਤੇ ਜਿੰਨੇ ਵਾਰ ਵੀ ਉਹ ਆਈਆਂ, ਜਿੰਨੇ ਵਾਰ ਉਹਨਾਂ ਦੇ ਆਗੂ ਆ ਕੇ ਚੀਫ ਮਿਨਿਸਟਰ ਨਾਲ ਮੀਟਿੰਗ ਨਹੀਂ ਹੁੰਦੀ ਤੇ ਫਿਰ ਦੁਬਾਰਾ ਉਵੇਂ ਹੀ ਮੁੜ ਜਾਂਦੇ ਨੇ। ਹਾਲਾਂਕਿ ਚੀਫ ਮਿਨਿਸਟਰ ਦਾ ਉਭਾਰਿਆ ਇਹ ਜਾਂਦਾ, ਚੀਫ ਮਿਨਿਸਟਰ ਰਸਤੇ 'ਚ ਖੜ ਕੇ ਤਾਂ ਲੋਕਾਂ ਨਾਲ ਕਿਤੇ ਖੜ੍ਹਤਾ, ਕਿਤੇ ਸ਼ਗਨ ਦੇਤਾ, ਕਿਤੇ ਬਾਕੀ ਖੜ੍ਹ ਗਿਆ। ਆਪਣੇ ਆਪ ਦੀ ਪੇਸ਼ਕਾਰੀ ਇਹ ਕਰਦਾ ਕਿ ਮੈਂ ਆਮ ਬੰਦਾ। ਪਰ ਐਡੀ ਵੱਡੀ ਗਿਣਤੀ 'ਚ ਮਜ਼ਦੂਰ ਆਉਂਦੇ ਨੇ ਤੇ ਉਹਨਾਂ ਦੀ ਗੱਲ ਵੀ ਬੁਲਾ ਕੇ ਨਾ ਸੁਣੀ ਜਾਏ ਜਾਂ ਉਹਨਾਂ ਨੂੰ ਕੋਈ ਮੀਟਿੰਗ ਦੇ ਕੇ ਉਹਨਾਂ ਨਾਲ ਗੱਲ ਡਿਸਕਸ ਨਾ ਕੀਤੀ ਜਾਏ, ਇਹਦੇ ਤੋਂ ਇਹ ਪਤਾ ਲੱਗਦਾ ਕਿ ਕਹਿਣੀ ਤੇ ਕਰਨੀ 'ਚ ਜਿਹੜੇ ਅੰਤਰ ਨੇ ਸਾਡੇ ਸਾਹਮਣੇ ਦਿਖਾਈ ਦਿੰਦੇ ਨੇ ਗੌਰਮੈਂਟ ਦੇ ਲੈਵਲ 'ਤੇ। ਦੂਜੀ ਗੱਲ ਇਹ ਹੈ ਕਿ ਤੁਸੀਂ ਕੇਵਲ ਰਿਆਇਤਾਂ ਦੇ ਰਾਹ ਪਏ ਹੋ ਬਹੁਤੀਆਂ ਦੇ। ਤੇਲ ਤਾਂ ਕਰਨਾ ਹੀ ਪੈਣਾ ਸੀ ਇਹਨਾਂ ਨੂੰ, ਕਿਉਂਕਿ ਤੇਲ ਤਾਂ ਜਦ ਬਾਕੀ ਸੂਬੇ ਕਰਨ ਲੱਗ ਗਏ ਤੇ ਆਲੇ ਵਰਗੇ ਹੋਰ ਇਹਨੂੰ ਹੇਠਾਂ ਕਰਨ ਦੀ ਲੋੜ ਹੈ, ਘਟਾਉਣ ਦੀ ਲੋੜ ਹੈ। ਤੇਲ ਜਦੋਂ ਪਰ ਬੈਰਲ ਕੱਚੇ ਤੇਲ ਦੀ ਕੀਮਤ ਇਦੋਂ ਵੀ ਜ਼ਿਆਦਾ ਸੀ ਤਾਂ ਵੀ ਤੇਲ 70 ਰੁਪਏ ਸੀਗਾ। ਇਹ ਕੇਂਦਰ ਤੇ ਰਾਜ ਸਰਕਾਰਾਂ ਦੇ ਟੈਕਸ ਨੇ ਜਿਨ੍ਹਾਂ ਨੇ ਇਹਨੂੰ ਬਹੁਤ ਵੱਡੇ ਪੱਧਰ 'ਤੇ ਬਤਾਇਆ। ਕੇਂਦਰ ਦਾ ਇਹ 'ਚ ਜ਼ਿਆਦਾ ਰੋਲ ਹੈ ਤੇ ਰਾਜ ਸਰਕਾਰਾਂ ਦਾ ਥੋੜ੍ਹਾ ਰੋਲ ਹੈ। ਪਰ ਨਾਲ ਦੀ ਨਾਲ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ, ਜਿਹੜੇ ਵੱਡੇ ਮਸਲੇ ਨੇ, ਜਿਵੇਂ ਘਰ ਘਰ ਨੌਕਰੀ ਦਾ ਸਵਾਲ ਹੈ, ਕਰਜ਼ੇ ਮਾਫੀ ਦਾ ਸਵਾਲ ਹੈ, ਜਾਂ ਇਹੀ ਨਸ਼ਿਆਂ ਦੇ ਮੁੱਦਾ ਜਿਹੜਾ ਨਵਜੋਤ ਸਿੱਧੂ ਨੇ ਵੀ ਉਠਾਇਆ, ਜਾਂ ਬੇਅਦਬੀ ਦੇ ਜਿਹੜੇ ਬਾਕੀ ਸਵਾਲ ਵੀ ਉਠਾਉਂਦੇ ਰਹੇ ਨੇ ਲੋਕ, ਹੋਰ ਜਿਹੜੇ ਪੰਜਾਬ ਦੇ ਖੇਤੀ ਦੇ ਨਾਲ ਬਾਕੀ ਦੇ ਨਾਲ ਜੁੜੇ ਹੋਏ ਸਵਾਲ ਨੇ, ਉਹਨਾਂ ਸਵਾਲਾਂ 'ਤੇ ਚਰਚਾ ਕਦ ਹੋਏਗੀ? ਤਾਂ ਜੇ ਕਾਂਗਰਸ ਦਾ ਅੰਦਰੂਨੀ ਕਲੇਸ਼ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ, ਕਾਂਗਰਸ ਦੇ ਵਿੱਚ ਪਹਿਲਾਂ BJP ਤੇ ਨਵਜੋਤ ਸਿੱਧੂ ਦਾ ਟਕਰਾਅ ਸੀ, ਇੱਕ ਵਾਰੀ ਸਾਰੇ ਇਕੱਠੇ ਹੋ ਕੇ ਵੀ ਇੱਕ ਵਾਰ ਕੈਪਟਨ ਨੂੰ ਹਰਾਓ, ਬਾਕੀ ਬਾਅਦ 'ਚ ਦੇਖ ਲਾਂਗੇ। ਪਰ
ਪਰ ਇਹ ਸਭ ਨੂੰ ਪਤਾ ਸੀਗਾ, ਕਨਸੋਹਾ ਉਦੋਂ ਹੀ ਸੀ ਵੀ ਕੈਪਟਨ ਵੀ ਹਟ ਗਿਆ ਤਾਂ ਉਹਦੇ ਨਾਲ ਨਹੀਂ ਹੱਲ ਹੋ ਜਾਣਾ ਗੱਲ। ਮੁੱਦੇ ਤਾਂ ਹੋਰ ਉਹਨੇ ਸਾਰੇ ਬੰਦੇ ਉਹਦੀ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ। ਹੁਣ ਉਹ ਚੀਫ ਮਿਨਿਸਟਰ ਦੀ ਰੇਸ ਦੇ ਵਿੱਚ ਚੀਫ ਮਿਨਿਸਟਰ ਦਾ ਦਾਅ ਚੰਨੀ ਦਾ ਲੱਗਿਆ ਅਤੇ ਹੋਮ ਮਿਨਿਸਟਰ ਬਣ ਗਏ ਸੁਖਜਿੰਦਰ ਰੰਧਾਵਾ। ਅਤੇ ਇਹਨਾਂ 'ਤੇ ਹੁਣ ਜਿਹੜੀ 2 ਅਪੁਆਇੰਟਮੈਂਟਾਂ 'ਤੇ ਰੌਲਾ, ਉਹ AG ਦਾ ਸਵਾਲ ਹੈ ਅਤੇ DGP ਦਾ ਸਵਾਲ ਹੈ ਜੀ। ਮੈਨੂੰ ਇਹ ਲੱਗਦਾ ਮਾਮਲਾ ਕੇਵਲ 2 ਨਿਯੁਕਤੀਆਂ ਦਾ ਨਹੀਂ ਹੈ। ਨਿਯੁਕਤੀਆਂ ਵੀ ਆਪਣੇ ਆਪ 'ਤੇ ਕਿਸੇ ਲੈਵਲ 'ਤੇ ਹੋ ਸਕਦੀ, ਉਹ ਗੱਲ ਹੋ ਸਕਦੀ ਹੈ। ਸਵਾਲ ਕਾਂਗਰਸ ਦੀ ਪੋਲੀਟੀਕਲ ਅਪਰੋਚ ਦਾ। ਕਾਂਗਰਸ ਦੀ ਕੀ ਜੇ ਹਾਈ ਕਮਾਂਡ ਇਹ ਚਾਹੁੰਦੀ ਹੈ, ਜਿਹਦਾ ਕਿ ਨਵਜੋਤ ਸਿੱਧੂ ਇਹ ਬਾਰ-ਬਾਰ ਕਹਿੰਦੇ ਨੇ ਕਿ ਮੈਂ ਉਹਨਾਂ ਦਾ ਸੱਚਾ ਸਿਪਾਹੀ ਹਾਂ ਜੀ, ਰਾਹੁਲ ਗਾਂਧੀ ਦਾ ਸੱਚਾ ਸਿਪਾਹੀ ਹਾਂ, ਸੋਨੀਆ ਗਾਂਧੀ ਦਾ, ਪ੍ਰਿੰਕਾ ਗਾਂਧੀ ਦਾ, ਅਤੇ ਜਿਨ੍ਹਾਂ ਦਾ ਉਹ ਸਿਪਾਹੀ ਹੈ ਜਿਹੜੇ ਉਹਦੇ ਜਨਰਲ ਬੈਠੇ ਨੇ, ਜੇ ਉਹ ਇਹ ਚਾਹੁੰਦੇ ਨੇ ਕਿ ਆਹ ਲੱਗਣ ਜਾਂ ਆਹ ਨਾ ਲੱਗਣ, ਉਹਨਾਂ ਦੀ ਇੱਛਾ ਤੋਂ ਬਿਨਾਂ ਥੋੜ੍ਹੀ ਲੱਗ ਗਏ ਨੇ। ਬਿਲਕੁਲ ਉਹਨਾਂ ਦੀ ਇੱਛਾ ਤੋਂ ਬਿਨਾਂ ਥੋੜ੍ਹੀ ਕੁਛ ਕੰਮ ਚੀਜ਼ਾਂ ਹੋ ਸਕਦੀਆਂ ਨੇ। ਤਾਂ ਜਿਹੜੀ ਲੜਾਈ ਚੰਨੀ ਅਤੇ ਸਿੱਧੂ ਦੇ ਦਰਮਿਆਨ ਬਣਦੀ ਜਾ ਰਹੀ ਹੈ, ਜਾਂ ਸੁਖਜਿੰਦਰ ਰੰਧਾਵਾ ਅਤੇ ਸਿੱਧੂ ਦੇ, ਇਹ ਲੜਾਈ ਤਾਂ ਫਿਰ ਹਾਈ ਕਮਾਂਡ ਦੇ ਖਿਲਾਫ ਵੀ ਤਾਂ ਹੋਣੀ ਚਾਹੀਦੀ ਹੈ ਨਾ। ਕੋਈ ਗੱਲ ਇਹ ਨਹੀਂ ਕਿ ਜਾਂ ਤਾਂ ਤੁਸੀਂ ਇਹੋ ਜਿਹਾ ਕਰੋ, ਹਾਂ, ਜਾਂ ਹਾਈ ਕਮਾਂਡ ਫਿਰ ਇਹ ਕਰਦੀ ਜੋ ਵਿਲਿੰਗ ਹੈ ਕਿ ਐਵੇਂ ਹੀ ਚੱਲਣਾ ਚਾਹੀਦਾ। ਤਾਂ ਨਵਜੋਤ ਸਿੱਧੂ ਨਹੀਂ ਹੈ 3 ਮਹੀਨੇ ਦੇਣ ਦੀ, ਹੁਣ ਵੀ 50 ਦਿਨ ਦੇ ਕੇ ਦੇਖ ਲੈ, 20 ਦਿਨ ਦੇ ਵੀ ਭਾਈ ਲੈ ਤੂੰ ਕਰ ਲੈ ਜੋ ਕਰਨਾ ਜੀ, ਤਾਂ ਜਾਂ ਫਿਰ ਉਸ ਲੈਵਲ ਦੀ ਗੱਲ ਹੋਏਗੀ। ਹੁਣ ਜੇਕਰ ਇਹੀ ਹੈ ਕਿ ਪੈਰਲਲ ਇੱਕ ਚੀਫ ਮਿਨਿਸਟਰ ਪ੍ਰੈਸ ਕਾਨਫਰੰਸ ਕਰਦਾ ਅਤੇ ਪਾਰਟੀ ਪ੍ਰਧਾਨ ਦੂਜੀ ਕਰਦਾ, ਉਹ ਪੱਤਰਕਾਰਾਂ ਦੇ ਸਾਹਮਣੇ ਐ ਪੁੱਛਦਾ ਉਹਨਾਂ ਨੂੰ ਵੀ ਉਹਨਾਂ ਤੋਂ ਪੁੱਛੋ ਉਹ ਇਹ ਕਿਉਂ ਨਹੀਂ ਕਰਦੇ। ਉਹਨਾਂ ਤੋਂ ਪੱਤਰਕਾਰ ਕਿਉਂ ਪੁੱਛੋ, ਤੁਸੀਂ ਪਾਰਟੀ ਪ੍ਰਧਾਨ ਹੋ ਭਾਈ, ਪਾਰਟੀ ਪ੍ਰਧਾਨ ਦੀ ਇਹ ਅਥਾਰਟੀ ਹੁੰਦੀ ਹੈ ਕਿ ਉਹ ਮੀਟਿੰਗ ਸੱਦੇ, ਮੀਟਿੰਗ 'ਚ ਸਾਰਿਆਂ ਨੂੰ ਬੁਲਾ ਕੇ ਕਹੇ ਕਿ ਤੁਸੀਂ ਇਹ ਕਿਉਂ ਨਹੀਂ ਕਰਦੇ, ਕੀ ਕਰਦੇ ਹੋ ਕੀ ਨਹੀਂ ਕਰਦੇ। ਆਪਣੇ ਨਾਲ ਨਵਜੋਤ ਸਿੱਧੂ ਦੇ ਨਾਲ 2 ਮੀਡੀਆ ਐਡਵਾਈਜ਼ਰ ਬੈਠੇ ਹੁੰਦੇ ਨੇ ਅਤੇ ਕੋਈ ਕਾਂਗਰਸ ਦਾ ਹੋਰ ਬੰਦਾ ਵੀ ਨਹੀਂ ਦਿਖਾਈ ਦੇ ਰਿਹਾ। ਬਿਲਕੁਲ ਜਿਹੜਾ ਕੋਈ ਹੋਰ ਵੀ ਨੇ, ਜਨਰਲ ਸੈਕਟਰੀ ਹੈ, ਕੋਈ ਵਰਕਿੰਗ ਪ੍ਰੈਜ਼ੀਡੈਂਟ ਨੇ ਹੋਰ ਬਣਾਏ ਹੋਏ, ਬਾਕੀ ਦੇ ਲੋਕ ਨੇ, ਉਹ ਵੀ ਤਾਂ ਨਾਲ। ਇਹ ਫਿਰ ਲੱਗੂਗੀ ਕਿ ਕਾਂਗਰਸ ਦੀ ਵੀ ਡਿਮਾਂਡ ਬਣਦੀ ਜਾ ਰਹੀ ਹੈ ਸਾਰੀ ਦੀ। ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਸਾਰਾ ਸੈਟਅਪ ਵਾਪਰ ਰਿਹਾ, ਜਿਵੇਂ ਅਮਰਿੰਦਰ ਅਤੇ ਸਿੱਧੂ ਦੇ ਦਰਮਿਆਨ ਟਕਰਾਅ ਮਹੀਨਾ 2 ਮਹੀਨੇ ਚੱਲਦਾ ਰਿਹਾ, ਅਮਰਿੰਦਰ ਨੂੰ ਜਾਣਾ ਹੀ ਪਿਆ, ਉਵੇਂ ਜੇ ਅਮਰਿੰਦਰ ਅਤੇ ਸਿੱਧੂ ਅਤੇ ਚੰਨੀ ਦਾ ਵੀ ਟਕਰਾਅ ਹੈ ਤਾਂ ਦੋਨਾਂ 'ਚੋਂ ਜਾਣਾ ਚਾਹੀਦਾ ਇੱਕ ਨੂੰ, ਤਾਂ ਫਿਰ ਪਾਰਟੀ ਦਾ 'ਚੋਂ ਤਾਂ ਇੱਕ ਜਾਊਗੀ ਜੀ। ਇਸੇ ਤਰੀਕੇ ਨਾਲ ਤਾਂ ਨਹੀਂ ਚੱਲ ਸਕਦੇ ਨਾ, ਇਸੇ ਤਰੀਕੇ ਨਾਲ ਤਾਂ ਨਹੀਂ ਚੋਣਾਂ 'ਚ ਜਾ ਸਕਦੇ, ਜਿਵੇਂ ਵੀ ਜਾਣ ਦੀ ਗੱਲ ਹੈ। ਤਾਂ ਉਹ ਕਿਹੜਾ ਜਾਊਗਾ ਉਹ ਅਲੱਗ ਸਵਾਲ ਹੈ। ਲੋਕਾਂ ਦੇ ਵਿੱਚ ਚਰਚੇ ਇਹੀ ਨੇ ਕਿ ਸ਼ਾਇਦ ਸਿੱਧੂ ਫਿੱਟ ਨਹੀਂ ਰਹੂਗਾ ਕਾਂਗਰਸ ਦੇ ਜੇਕਰ ਇਸ ਤਰੀਕੇ ਦੇ ਨਾਲ ਚੱਲਿਆ ਜਾਏਗਾ, ਔਰ ਜੇ ਫਿੱਟ ਨਹੀਂ ਰਹੂਗਾ ਤਾਂ ਸਿੱਧੂ ਦਾ ਅਗਲਾ ਸਵਾਲ ਹੈ ਫਿਰ ਵੀ ਸਿੱਧੂ ਦੀ ਰਾਜਨੀਤੀ ਕੀ ਹੋਏਗੀ, ਕੀ ਕਰੇਗਾ। ਆਪਣੀ ਪਾਰਟੀ ਬਣਾਉਣਗੇ, ਜਿਵੇਂ ਅਮਰਿੰਦਰ 'ਤੇ ਸਵਾਲ ਖੜੇ ਹੁੰਦੇ ਸੀ ਕਿ ਕੀ ਉਹ ਆਪਣੀ ਪਾਰਟੀ ਬਣਾਊਗਾ, BJP 'ਚ ਜਾਊਗਾ, ਕਿਸੇ ਹੋਰ 'ਚ ਜਾਊਗਾ। ਉਹੀ ਸਵਾਲ ਫਿਰ ਇਹ ਤੋਂ ਬਾਅਦ ਖੜੇ ਹੋਣਗੇ। ਕੋਈ ਜਥੇਬੰਦੀ ਜਾਂ ਕੋਈ ਧਿਰ ਜਾਂ ਕੋਈ ਪਾਰਟੀ ਇਸ ਤਰੀਕੇ ਨਾਲ ਚੱਲ ਸਕਦੀ ਹੈ ਕਿ ਉਹਦੇ ਸਾਰੇ ਵੱਡੇ ਆਗੂ ਰੋਜ਼ ਇੱਕ ਦੂਜੇ ਨਾਲ ਖਹਿਬਣ ਅਤੇ ਰੋਜ਼ ਇੱਕ ਦੂਜੇ ਨਾਲ ਗੱਲ ਕਰਨ। ਪਾਰਟੀ ਨੂੰ ਇੱਕ ਫੈਸਲਾ ਲੈਣਾ ਪਏਗਾ, ਜੇ ਉਹ ਦਿਆਨਤਦਾਰੀ ਨਾਲ ਜਿਹੜੇ ਪਾਸੇ ਖੜ੍ਹਦੇ ਆ ਜਾਓ ਕਰੇ। ਹੁਣ ਵੀ ਕਿਤੇ ਇਹਨੇ ਕਿਹਾ ਜਿਹੜਾ ਇੰਚਾਰਜ ਹੈ ਕਾਂਗਰਸ ਦਾ, ਅਤੇ ਉਹਨੇ ਕਿਹਾ 2-3 ਦਿਨ 'ਚ ਮਾਮਲਾ ਹੱਲ ਕਰ ਲਾਂਗੇ। ਲਗਭਗ 50 ਦਿਨ ਤਾਂ 1.5 ਮਹੀਨਾ ਤਾਂ ਲੰਘ ਗਿਆ, ਮਾਮਲਾ ਤਾਂ ਹੱਲ ਨਹੀਂ ਹੋਇਆ, ਅਤੇ 1.5 ਮਹੀਨਾ ਹੋਰ ਬਚਿਆ ਜਿਹੜਾ, ਅਤੇ ਜਦ ਨੂੰ ਕੋਡ ਲੱਗ ਜੂਗਾ ਅਤੇ ਹੱਲ ਨਹੀਂ ਹੋਣਾ। ਅਤੇ ਇਹਦਾ ਮਤਲਬ ਪਾਰਟੀ ਦੀ ਜਿਹੜਾ ਜਥੇਬੰਦਕ ਢਾਂਚਾ ਹੈ ਉਹ ਇੰਨਾ ਜ਼ਿਆਦਾ ਵੀਕ ਹੈ ਜਾਂ ਇਸ ਲੈਵਲ ਦਾ ਹੋ ਚੁੱਕਿਆ ਜਾਂ ਤਾਂ ਚਰਮਰਾ ਚੁੱਕੇ ਹੈ ਕਿ ਉਹ ਆਪਣੀ ਪਾਰਟੀ ਦੇ ਵਿੱਚ ਕਿਹੜਾ ਸਟੈਂਡ ਲੈਣਾ ਹੈ ਕਿਹੜਾ ਨਹੀਂ ਲੈਣਾ, ਇਹ 'ਤੇ ਹੀ ਆਪਣੇ ਆਗੂਆਂ ਨੂੰ ਕਨਵਿੰਸ ਨਹੀਂ ਕਰਾ ਪਾ ਰਹੀ। ਔਰ ਇਸ ਕਰਕੇ ਇਹ ਹੈ ਕਿ ਜਿਹੜੇ ਮੁੱਦਿਆਂ ਦੇ ਬਾਕੀ ਦੇ ਲੋਕ ਨੇ, ਇਹਦੇ 'ਚ ਆਪੋਜੀਸ਼ਨ ਵੀ ਡਿਸਕੋਰਸ 'ਚੋਂ ਬਾਹਰ ਹੈ ਇੱਕ ਟਾਈਪ ਦਾ। ਜੇ ਵੱਡੇ ਡਿਜ਼ਾਈਨ ਦਾ ਹਿੱਸਾ ਇਹ ਕਿ ਆਪਾਂ ਹੀ ਆਪਸ ਦੇ ਵਿੱਚ ਨੂਰਾ ਕੁਸ਼ਤੀ ਘੋਲੋ, ਜਦ ਤੱਕ ਆਉਂਦਾ ਦੂਜੇ ਦੀ ਗੱਲ ਇਹ ਨਾ ਹੋਵੇ ਜਿਹੜੇ ਬਾਕੀ ਦੀਆਂ ਧਿਰਾਂ ਹੈਗੀਆਂ ਨੇ ਅਤੇ ਬਾਕੀ ਦੀਆਂ ਨੇ। ਹੋ ਸਕਦਾ ਜੇ ਇਸ ਪਲਾਨ ਦਾ ਹਿੱਸਾ ਹੈ, ਜੇ ਕਿਸੇ ਪ੍ਰਸ਼ਾਂਤ ਕਿਸ਼ੋਰ ਦੇ ਕਿਸੇ ਭਾਈ ਨੇ ਡਿਜ਼ਾਈਨ ਦੱਸਿਆ ਹੋਵੇ ਇਹਨਾਂ ਨੂੰ ਵੀ ਤੁਸੀਂ ਐਵੇਂ ਕਰਦੇ ਰਹੋ, ਉਹਦੇ 'ਚ ਲੋਕਾਂ ਦਾ ਮਨ ਸ਼ਾਇਦ ਹੋਰ ਕਿਤੇ ਲੱਗਿਆ ਰਹੇ, ਫਿਰ ਤੁਸੀਂ ਚੋਣਾਂ 'ਚ ਚਲੇ ਜਾਇਓ। ਜੇ ਇਹ ਗੇਮ ਇਸ ਲੈਵਲ ਦੀ ਹੈ ਤਾਂ ਫਿਰ ਇਹ ਹੋਰ ਵੀ ਪੰਜਾਬ ਲਈ ਕੋਈ ਫਾਇਦੇਮੰਦ ਨਹੀਂ ਹੈ, ਪੰਜਾਬ ਲਈ ਤਾਂ ਖਤਰਨਾਕ ਹੈ ਗੇਮ ਉਸ ਪੱਧਰ ਦੇ ਉੱਤੇ। ਇਸ ਕਰਕੇ ਨਿਹਾਇਤ ਜ਼ਰੂਰੀ ਹੈ ਕਿ ਕਲੀਅਰ ਕੱਟ ਪੰਜਾਬ ਦੇ ਫਿਊਚਰ ਦਾ ਏਜੰਡਾ ਚਾਹੀਦਾ। ਇੱਕ ਤਾਂ ਇਹ 2 ਗੱਲਾਂ ਨੇ ਜਿਹੜੀਆਂ ਪੁਰਾਣੀਆਂ ਲਗੇਸੀ 'ਚ ਆ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਦੇ ਵਿੱਚ ਬੰਦਿਆਂ ਨੂੰ ਸਜ਼ਾ ਹੋਣੀ ਜਾਂ ਫੜੇ ਜਾਣਾ, ਜਾਂ ਦੂਜੀ ਗੱਲ ਜਿਹੜੀ ਹੈ ਨਸ਼ੇ ਦੇ ਮਾਮਲੇ 'ਚ ਉਹਦੀ ਰਿਪੋਰਟ ਖੋਲ੍ਹਣਾ, ਜਾਂ ਤੀਜੀ ਗੱਲ ਜਿਹੜੀ ਹੈ PPA ਐਗਰੀਮੈਂਟ ਨੇ ਜਿਹੜੇ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਖੜ੍ਹ ਕੇ ਕਿਹਾ ਸੀ ਕਿ ਅਸੀਂ ਉਹਦੇ ਲਈ ਵਾਈਟ ਪੇਪਰ ਲਿਆਵਾਂਗੇ, ਉਹ ਵਾਈਟ ਪੇਪਰ ਲੋਕਾਂ ਦੇ ਸਾਹਮਣੇ ਰੱਖਣਾ। ਅਤੇ ਇਹਦੇ ਤੋਂ ਬਿਨਾਂ ਅਗਲੇ ਜਿਹੜੇ ਸਵਾਲ ਨੇ ਘਰ ਘਰ ਨੌਕਰੀ ਦਾ, ਰੁਜ਼ਗਾਰ ਦਾ,
ਤੇ ਜਿਹੜੇ ਕਿਸਾਨੀ ਦੇ ਸਮੁੱਚੇ ਕਰਜ਼ੇ ਮਾਫੀ ਦੇ ਸਵਾਲ ਸੀ, ਜਿਹੜਾ ਕਿਸਾਨ ਨਰਮਾ ਮਰ ਚੁੱਕਿਆ 12,000 ਤੋਂ ਵੱਧ ਤੁਸੀਂ ਦੇ ਰਹੇ ਹੋ, ਇਹਦੇ ਪਹਿਲੀ ਸਰਕਾਰ ਦੇ ਹੀ ਸਵਾਲ ਨੇ। ਤਾਂ ਉਦੋਂ ਬਾਅਦ ਉਹ ਕਹਿ ਰਹੇ ਨੇ ਕਿ ਇੰਨੇ ਨਾਲ ਸਾਡਾ ਕੁਝ ਨਹੀਂ, ਜਿੰਨਾ ਡੀਜ਼ਲ ਤੇਲ ਦੇ ਕੀਮਤਾਂ ਵੱਧ ਗਈਆਂ ਨੇ, ਜਿੰਨੀਆਂ ਖਾਦ ਦੀਆਂ ਕੀਮਤਾਂ ਵੱਧ ਗਈਆਂ ਨੇ, ਜਿੰਨੀ ਪੈਸਟੀਸਾਈਡ ਦੀ ਕੀਮਤ ਵੱਧ ਗਈ ਹੈ, ਉਹਦੀ ਰੇਸ਼ੋ 'ਚ ਉਤੋਂ ਘੱਟੋ ਘੱਟ ਦੁੱਗਣਾ ਜਿਹੜੇ ਰਾਹਤ ਦੀ ਲੋੜ ਹੈ, ਉਧਰ ਤੁਸੀਂ ਕੋਈ ਕੰਨ ਨਹੀਂ ਧਰ ਰਹੇ ਕਿਸੇ ਵੀ ਤਰੀਕੇ ਦਾ, ਜਾਂ ਕੋਈ ਗੱਲ ਸੁਣੇ ਨਹੀਂ ਰਹੇ ਉਹ ਸਾਰੇ ਮਾਮਲੇ ਦੇ ਵਿੱਚ। ਫਿਰ ਜਿਹੜੀ ਲੇਬਰ ਕਲਾਸ ਹੈ ਜਾਂ ਜਿਹੜਾ ਮਜ਼ਦੂਰ ਤਬਕਾ ਹੈ, ਉਹ ਮਜ਼ਦੂਰ ਤਬਕੇ ਦੀ ਗੱਲ ਕਦੋਂ ਸੁਣੇਗੀ ਇਹ ਪਾਰਟੀ, ਕਿਸ ਤਰੀਕੇ ਨਾਲ ਉਹਦੇ ਲਈ ਕੀ ਹੈ ਤੁਹਾਡੇ ਕੋਲ ਫਿਊਚਰ ਦੇ ਵਿੱਚ ਭਵਿੱਖ ਦੇ ਏਜੰਡੇ ਦੇ ਤੌਰ ਤੇ। ਇਸ ਲਈ ਅਗਲੀਆਂ ਚੋਣਾਂ ਭਵਿੱਖ ਦੇ ਏਜੰਡੇ ਤੇ ਲੜਨ ਦੀ ਲੋੜ ਹੈ। ਉਹ ਕੋਈ ਸਾਂਚਾ, ਉਹ ਕੋਈ ਧਿਰੋ, ਕੋਈ ਮੁੱਦੇ ਬਣਨ ਦੀ ਲੋੜ ਹੈ ਕਿ ਆਹ ਮੁੱਦੇ ਨੇ ਭਵਿੱਖ ਦੇ, ਜਿਹਦੇ ਕਰਕੇ ਕਰੇਗਾ। ਕਾਂਗਰਸ ਨੂੰ ਆਏ ਜੇ ਪਾਰਟੀ, ਸਰਕਾਰਾਂ ਪਾਰਟੀਆਂ ਦੀਆਂ ਹੁੰਦੀਆਂ ਨੇ, ਵਿਅਕਤੀ ਦੀਆਂ ਨਹੀਂ ਹੁੰਦੀਆਂ। ਇੱਕ ਵਿਅਕਤੀ ਚਲਾ ਗਿਆ ਅਮਰਿੰਦਰ ਸਿੰਘ, ਤਾਂ ਕਾਂਗਰਸ ਬਰੀ ਨਹੀਂ ਹੋਗੀ ਕਿ ਤੁਸੀਂ ਨਹੀਂ ਕੁਝ ਵੀ ਕਰ ਸਕੇ 4.5 ਸਾਲ ਦੇ ਵਿੱਚ। ਇਸੇ ਤਰ੍ਹਾਂ ਹੁਣ ਵੀ ਕੋਈ ਇੱਕ ਵਿਅਕਤੀ ਕੁਝ ਕਹਿੰਦਾ, ਦੂਜਾ ਕੁਝ ਕਹਿੰਦਾ, ਉਹਦੇ ਨਾਲ ਪਾਰਟੀ ਬਰੀ ਨਹੀਂ ਹੋ ਜਾਂਦੀ। ਤੇ ਇਸ ਲਈ ਜਵਾਬ ਪਾਰਟੀ ਨੂੰ ਦੇਣਾ ਚਾਹੀਦਾ ਔਰ ਦੇਣਾ ਪਊਗਾ। ਔਰ ਮੇਰਾ ਖਿਆਲ ਹੈ ਨਿੱਜੀ ਵਿਅਕਤੀਆਂ ਨੂੰ ਵੀ ਸਮਝਣ ਦੀ ਲੋੜ ਹੁੰਦੀ ਹੈ ਇਹ, ਕਿ ਮੈਂ ਚਾਹੇ ਜੋ ਮਰਜ਼ੀ ਕਰਦਾ, ਮੇਰੀ ਪਾਰਟੀ ਤੋਂ ਬਾਹਰ ਜਾ ਕੇ ਮੇਰਾ ਨਹੀਂ ਖਿਆਲ ਮੈਂ ਕੁਝ ਕਰ ਪਾਊਂਗਾ। ਜਾਂ ਫਿਰ ਅਸਲੋਂ ਇੱਕ ਨਵੇਂ ਅੰਦੋਲਨਾਂ ਦੀ ਲੋੜ ਹੈ, ਅੰਦੋਲਨਾਂ 'ਚੋਂ ਨਵੀਂ ਪਾਰਟੀ ਕੱਢੋ, ਨਵੀਂ ਅਪਰੋਚ ਕੱਢੋ, ਨਵੇਂ ਟਾਈਪ ਦੀ ਆਰਗੇਨਾਈਜੇਸ਼ਨ ਬਿਲਡ ਕਰੋ। ਉਦੋਂ ਬਿਨਾਂ ਤਾਂ ਫਿਰ ਕੋਈ ਚਾਰਾ ਹੀ ਨਹੀਂ ਹੈ। ਉਦੋਂ ਬਿਨਾਂ ਤਾਂ ਫਿਰ ਲੋਕਾਂ ਦੇ ਵਿੱਚ ਹੀ ਜਾ ਕੇ ਲੋਕਾਂ ਨੂੰ ਹੀ ਮੂਰਖ ਬਣਾਉਣ ਦਾ ਇੱਕ ਤਰੀਕਾਕਾਰ ਹੈ। ਔਰ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਖਮਿਆਜਾ ਇਹਨਾਂ ਚੀਜ਼ਾਂ ਦਾ ਭੁਗਤ ਚੁੱਕੇ ਨੇ, ਕੇਵਲ ਵੋਟ ਦੀ ਰਾਜਨੀਤੀ ਦਾ। ਉਹਦੇ ਤੋਂ ਅੱਗੇ ਵਧਣ ਦਾ ਸਵਾਲ ਹੈ, ਸੀਰੀਅਸ ਹੋਣ ਦਾ ਸਵਾਲ ਹੈ, ਗੰਭੀਰਤਾ ਨਾਲ ਗੰਭੀਰ ਪੋਲੀਟਿਕਸ ਕਰਨ ਦੀ ਜ਼ਰੂਰਤ ਹੈ। ਔਰ ਗੰਭੀਰ ਪੋਲੀਟਿਕਸ ਕਰਕੇ ਹੀ ਤੁਸੀਂ ਅੱਗੇ ਪੰਜਾਬ ਦੇ ਲੋਕਾਂ ਦੀ ਕੋਈ ਉਮੀਦ ਬਣਾ ਸਕਦੇ ਹੋ, ਵਰਨਾ ਨੌਟੰਕੀ ਪੋਲੀਟਿਕਸ ਕਰਕੇ ਨਹੀਂ ਬਣਾ ਸਕਦੇ।